9th ਕਲਾਸ ਹੁਣੇ ਤੱਕ ਬੇਟਾ ਅਸੀਂ ਕੀਤਾ ਜਦੋਂ ਕੋਈ ਦੋ ਭੁਜਾਵਾਂ ਇੱਕ ਦੂਸਰੇ ਨੂੰ ਇੱਕ ਬਿੰਦੂ ਤੇ ਮਿਲ ਰਹੀਆਂ ਨੇ ਜਾਂ ਕੋਈ ਦੋ ਰੇਖਾਵਾਂ ਇੱਕ ਦੂਸਰੇ ਨੂੰ ਇੱਕ ਬਿੰਦੂ ਤੇ ਮਿਲ ਰਹੀਆਂ ਨੇ ਜਾਂ ਕੱਟ ਕੇ ਨਿਕਲ ਜਾਂਦੀਆਂ ਨੇ ਤਾਂ ਉਹਨਾਂ ਦੇ ਦੁਆਰਾ ਬਣਾਏ ਗਏ ਰੇਖੀ ਜੋੜਾ ਔਰ शिखर सन्मुख ਕੋਣ ਉਹਨਾਂ ਦਾ ਆਪਸੀ ਸੰਬੰਧ ਕੀ ਹੈ ਉਹਨਾਂ ਦੀ ਮਦਦ ਦੇ ਨਾਲ ਅਸੀਂ ਵੱਖਰੇ ਵੱਖਰੇ ਸਵਾਲ ਹੱਲ ਕੀਤੇ। ਤੇ ਆਓ ਹੁਣ ਅਸੀਂ ਦੇਖਦੇ ਹਾਂ ਜਦੋਂ ਕਿਸੇ ਤਲ ਦੇ ਵਿੱਚ ਦੋ ਰੇਖਾਵਾਂ ਸਾਨੂੰ ਦਿੱਤੀਆਂ ਹੋਈਆਂ ਔਰ ਉਹਨਾਂ ਨੂੰ ਇੱਕ ਰੇਖਾ ਜਿਹੜੀ ਹੈ ਕੱਟਦੀ ਹੋਈ ਨਿਕਲ ਜਾਂਦੀ ਹੈ। ਜਦੋਂ ਇੱਕ ਰੇਖਾ ਨੂੰ ਇੱਕ ਰੇਖਾ ਕੱਟ ਕੇ ਨਿਕਲ ਜਾਂਦੀ ਸੀਗੀ ਤੁਸੀਂ ਦੇਖੋ ਤੇ ਕਿੰਨੇ ਕੋਣ ਬਣਦੇ ਪਏ ਸੀਗੇ 1 2 3 ਔਰ 4 ਪਰ ਹੁਣ ਰੇਖਾਵਾਂ ਦੋ ਨੇ ਔਰ ਇਹਨਾਂ ਨੂੰ ਇੱਕ ਕਾਟਵੀਂ ਰੇਖਾ ਇੱਕ ਟ੍ਰਾਂਸਵਰਸਲ ਜਿਹੜੀ ਹੈ ਕੱਟਦੀ ਹੋਈ ਚਲੀ ਗਈ ਹੈ ਤਾਂ 1 2 3 4 5 6 7 8 ਕੋਣ ਬਣਦੇ ਪਏ ਹੈ। आओ देखिए एक ਕਿਹੜੇ ਕਿਹੜੇ ਕੋਣ ਬਣਦੇ ਪਏ ਹੈ ਔਰ ਇਹਨਾਂ ਦੀ ਮਦਦ ਦੇ ਨਾਲ ਫਿਰ ਅਸੀਂ ਅੱਗੇ ਸਵਾਲ ਹੱਲ ਕਰਾਂਗੇ। ਇੱਕ ਰੇਖਾ ਜਦੋਂ ਇੱਕ ਰੇਖਾ ਨੂੰ ਕੱਟਦੀ ਸੀ ਤੁਹਾਨੂੰ ਰੇਖੀ ਜੋੜਾ ਔਰ शिखर सन्मुख कोण बारे विस्तार ਨਾਲ ਸਮਝਾ ਦਿੱਤਾ ਗਿਆ ਹੈ ਕਿ 1 और 2 2 ਤੇ 3 3 ਤੇ 4 4 ਤੇ 1 ਇਹ ਰੇਖੀ ਜੋੜਾ ਬਣਦੇ ਪਏ ਹੈ ਔਰ ਨੀਚੇ ਵੀ ਤੁਹਾਡੇ ਕੋਲ ਹੈ 5 ਤੇ 6 6 ਤੇ 7 7 ਤੇ 8 और 5 और 8 ਇਹ ਵੀ ਕੀ ਬਣਾ ਰਹੇ ਹੈ ਰੇਖੀ ਜੋੜਾ ਬਣਾ ਰਹੇ ਹੈ। 1 और 3 ये शिखर सन्मुख कोण बना रहे हैं 2 और 4 शिखर सन्मुख कोण बना रहे हैं उसी तरह ही 5 और 7 और 6 और 8 जो है शिखर सन्मुख कोण बना रहे हैं। तो चलो आओ हुण असीं इन्हां एंगल्स बारे देखिए। सब तो पहले देखो बेटा ए दो काटवीं रेखावां दे बाहरले कोण किहड़े है 1 और 2 बाहरले कोण ने और नीचे 7 और 8 की है बाहरले कोण काटवीं रेखावां दे बाहरले कोण। अंदरले कोण किहड़े है अंदर है कोण ने 3 4 5 और 6 1 2 7 8 बाहरले कोण 3 4 5 और 6 अंदरले कोण। सो इन्हां दे विचों एक पासे दे अंदरले कोण किहड़े है बेटा देखो जरा 4 और 5 एक पासे दे अंदरले कोण 4 और 5 और इत्थे किहड़े है 3 और 6 3 और 6। हुण तुसीं यह देखो इस रेखा ने ਇਹਨਾਂ ਦੋ ਰੇਖਾਵਾਂ ਨੂੰ ਦੋ ਹਿੱਸਿਆਂ 'ਚ ਕਰਤਾ। ਇਹ ਸੱਜਾ ਪਾਸਾ ਆ ਗਿਆ ਇਹ ਸਾਡੇ ਕੋਲ ਕੀ ਆ ਗਿਆ ਖੱਬਾ ਪਾਸਾ ਠੀਕ ਹੈ। ਸੋ ਸੱਜੇ ਪਾਸੇ ਦੇ ਉੱਪਰ ਵਾਲੇ ਕੋਣ ਜਿਹੜੇ ਹੈ ਸੱਜੇ ਪਾਸੇ ਦੇ ਉੱਪਰ ਵਾਲੇ ਕੋਣ ਸਾਡੇ ਕੋਲ ਕਿਹੜੇ ਬਣਦੇ ਹੈ 1 और 5 ऊपर ऊपर वाले और फिर नीचे नीचे वाले। ਇਹ देखो बेटा समझो ए साडे कोल रेखा है एक ए बन रहा है ते ए बन रहा है ऊपर साडे कोल केड़ा कोण बनदा पिया है 1 ते 5 और उसी तरह ही नीचे केड़े कोण बनदे पए है 4 और 8 सज्जे पासे ते। हुण असीं खब्बे पासे आ जाने हैं। दो और 6 3 और 7 ऊपर वाले रेखावां दे ऊपर वाले 2 और 6 नीचे वाले 3 और 7 ये जेडे जोड़े बने हैं बेटा इन्हां सारियां नूं कहंदे है संगत कोण कोरस्पोंडिंग एंगल्स। की कहंदे है कोरस्पोंडिंग एंगल्स। सो एनू ध्यान नाल तुसी देख लो मैं एक बार फिर कहांगा काटवी रेखावां दे ऊपर वाले एंगल 1 ते एंगल 5 संगत कोण एंगल 1 ते एंगल 5 और फिर 4 ते 8 खब्बे पासे आ जाओ 2 ते 6 और यह केड़ा है 3 और एंगल 7 ये साडे कोल हो गए संगत कोण।
ਹੁਣ ਬੇਟਾ ਜੀ ਇੱਧਰ ਦੇਖੋ ਤੁਸੀਂ ਅੰਦਰਲੇ ਪਾਸੇ ਇੱਕ ਪਾਸੇ वाले ਤੇ ਆਪਾਂ ਲਿਖ ਲੇ 4 और 5 3 और 6 और 3 और 4 ਕੀ ਬਣਾਉਂਦੇ ਆ ਰੇਖੀ ਜੋੜਾ 6 और 5 ਕੀ ਬਣਾਉਂਦੇ ਆ ਰੇਖੀ ਜੋੜਾ ਪਰ ਉਹ ਕਿਹੜੇ ਕੋਣ ਨੇ ਜਿਹੜੇ ਅੰਦਰ ਨੇ ਇਹ ਦੇਖੋ पर आपस में रेखी जोड़ा नहीं बना रहे ना ही वो एक पासे दिन 3 और 5 एक पासे दे अंदरूनी कोण केड़े सी 4 और 5 और रेखी जोड़ा केड़े केड़े बना रहे हैं 3 और 4 6 और 5 ते साडे कोल 3 और 5 जड़े है वो रेखी जोड़ा नहीं बना रहे एंगल 3 और एंगल 5 ते नाल केड़ा जोड़ा है साडे कोल 4 और 6 ਦਾ ਇਹ ਦੇਖੋ 4 और 6 एंगल 4 और एंगल 6 ਇਹ ਬੇਟਾ ਜੀ ਇਹਨਾਂ ਨੂੰ ਕਹਿੰਦੇ ਹੈ ਅੰਦਰਲੇ ਇਕਾਂਤਰ ਕੋਣ ਇੰਟੀਰੀਅਰ ਐਂਗਲਸ ਆਲਟਰਨੇਟ ਇੰਟੀਰੀਅਰ ਐਂਗਲਸ ਅੰਦਰਲੇ ਇਕਾਂਤਰ ਕੋਣ ਉਸੇ तरह ही बाहरले इकांतर कोण आ जाते हैं बाहरले एंगल तुहानू दसे सी 1 2 7 और 8 सो इकांतर कोण ए खब्बे पासे दा 2 और सज्जे पासे दा 8 क्योंकि ए नाल रेखी जोड़ा बना लिया सो 2 और 8 है 3 एंगल 2 और एंगल 8 और नाल ही नाल साडे कोल की है एंगल 1 और एंगल 7 ਇਹ ਸਾਡੇ ਕੋਲ ਕੀ ਹੈ ਬਾਹਰਲੇ ਇਕਾਂਤਰ ਕੋਣ ਠੀਕ ਹੈ ਬੇਟਾ ਕੋਈ ਦੋ ਰੇਖਾਵਾਂ ਨੂੰ ਇੱਕ ਟ੍ਰਾਂਸਵਰਸਲ ਕੱਟ ਰਹੀ ਹੈ ਸਮਾਂਤਰ ਨਹੀਂ ਹੈ ਕਈ ਵਾਰੀ ਬੱਚੇ ਸੋਚਦੇ ਆ ਜੀ ਕਿ ਸਮਾਂਤਰ ਹੋਣਗੇ ਤਾਂ ਸੰਗਤ ਕੋਣ ਹੁੰਦੇ ਆ ਇਕਾਂਤਰ ਕੋਣ ਹੁੰਦੇ ਆ ਨਹੀਂ ਇੱਕ ਤਲ ਦੇ ਵਿੱਚ ਜੇ ਦੋ ਰੇਖਾਵਾਂ ਨੂੰ ਚਾਹੇ ਉਹ ਸਮਾਂਤਰ ਹੈ ਜਾਂ ਕਾਟਵੀਆਂ ਰੇਖਾਵਾਂ ਨੇ ਸਮਾਂਤਰ ਨਹੀਂ ਨੇ ਜੇ ਉਹਨਾਂ ਨੂੰ ਕੋਈ ਟ੍ਰਾਂਸਵਰਸਲ ਕੱਟ ਰਹੀ ਹੈ ਤਾਂ ਇਹ ਇੱਕ ਪਾਸੇ ਦੇ ਅੰਦਰਲੇ ਕੋਣ ਬਣਨਗੇ ਸੰਗਤ ਕੋਣ ਬਣਨਗੇ ਅੰਦਰਲੇ ਇਕਾਂਤਰ ਕੋਣ ਬਣਨਗੇ ਇਹ ਬਾਹਰੀ ਇਕਾਂਤਰ ਕੋਣ ਬਣਨਗੇ ਤੁਹਾਡੇ ਕੋਲ ਇੱਥੇ ਲਿਖ ਦੇਣਾ ਵਾ ਬਾਹਰੀ ਇਕਾਂਤਰ ਕੋਣ ਇਹਨਾਂ ਦੇ ਵਾਸਤੇ ਰੇਖਾਵਾਂ ਦਾ ਸਮਾਂਤਰ ਹੋਣਾ ਜ਼ਰੂਰੀ ਨਹੀਂ ਹੈ ਬਹੁਤ ਸੇ ਬੱਚੇ ਸਮਝ ਲੈਂਦੇ ਆ ਕਿ ਜੀ ਸਮਾਂਤਰ ਹੋਣਗੀਆਂ ਤੇ ਇਹ ਇਕਾਂਤਰ ਕੋਣ ਹੋਣਗੇ ਸੰਗਤ ਕੋਣ ਹੋਣਗੇ ਨਹੀਂ पर जब समांतर हो जाएंगियां जे वो दोवें रेखावां दित्तियां होईयां समांतर ने तो उन्हां नूं कोई ट्रांसवर्सल कटदा है फिर इन्हां कोणां दा आपस विच की संबंध है आओ असीं एक किरिया राही वो संबंध समझदे हां कि जदों दो समांतर रेखावां नूं एक काटवी रेखा कटदी है ते संगत कोणां दा आपस विच की संबंध हुंदा है इकांतर कोणां दा की बनदा है और एक पासे दे अंदरले कोण इन्हां च की खासियत आंदी है चलो एक एक्टिविटी राही असीं इन्हां नूं समझदे हां बेटा 9ਵੀਂ ਕਲਾਸ ਅਸੀਂ ਇਸ ਐਕਟੀਵਿਟੀ ਦੇ ਵਿੱਚ ਦੇਖਾਂਗੇ ਕਿ ਜਦੋਂ ਕਿਸੇ ਤਲ ਉੱਤੇ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਰੇਖਾ ਕੱਟਦੀ ਹੈ ਤਾਂ ਉਸ ਰੇਖਾ ਦੁਆਰਾ ਬਣਾਏ ਗਏ ਕੋਣ ਉਹਨਾਂ ਦਾ ਆਪਸੀ ਸੰਬੰਧ ਉਹ ਕੀ ਹੁੰਦਾ ਹੈ ਅਸੀਂ ਆਲਰੇਡੀ ਕਿਰਿਆ ਰਾਹੀਂ ਕਰ ਚੁੱਕੇ ਹਾਂ ਜਦੋਂ ਇੱਕ ਰੇਖਾ ਨੂੰ ਇੱਕ ਰੇਖਾ ਕੱਟਦੀ ਹੈ ਤੇ ਉਹਨਾਂ ਦੇ ਦੁਆਰਾ ਬਣੇ ਰੇਖੀ ਜੋੜਾ ਔਰ ਸ਼ਿਖਰ ਸਨਮੁਖ ਕੋਣਾਂ ਬਾਰੇ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ आओ हुण असीं देखिए कि जदों दो काटवीं रेखावां नूं एक रेखा कटदी है ते उन्हां द्वारा बनाए गए कोणां दा की संबंध हुंदा है सो ए साडे कोल एंगल 1 एंगल 2 एंगल 3 एंगल 4 एंगल 5 एंगल 6 एंगल 7 ते एंगल 8 हुण तुसीं देखो बाहरले कोण ने काटवीं रेखा दे बाहरले कोण सो साडे कोल एंगल 1 2 और 7 और 8 की आ गए बाहरले कोण आ गए और ए साडे कोल केड़े आ गए अंदरले कोण आ गए अंदरले कोण देखो हुण केड़े हो गए 3 और 4
5 और 6 ਇਹ ਸਾਡੇ ਕੋਲ ਕਿਹੜੇ ਕੋਣ ਹੋ ਗਏ? ਅੰਦਰਲੇ ਕੋਣ ਹੋ ਗਏ ਬੇਟਾ। ਇਹ ਇੱਕ ਪਾਸੇ ਦੇ ਅੰਦਰਲੇ ਕੋਣ ਨੇ। ਕਿਹੜੇ ਕਿਹੜੇ ਹੈ ਤੁਹਾਡੇ ਕੋਲ? ਦੇਖੋ ਇਹ ਐਂਗਲ 4 और ਇਹ एंगल 5, ਇਹ ਇੱਕ ਪਾਸੇ ਦੇ ਅੰਦਰਲੇ ਕੋਣ ਹੋ ਗਏ। एंगल 3 और एंगल 6 ਇਹ ਇੱਕ ਪਾਸੇ ਦੇ ਅੰਦਰਲੇ ਕੋਣ ਹੋ ਗਏ। ਤੇ 9th क्लास है देखो बेटा 110 ਤੇ 70 180 70 और 110 180। ਸੋ ਸਮਾਂਤਰ ਰੇਖਾਵਾਂ ਦੇ ਇੱਕ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ ਕਿੰਨਾ ਆਂਦਾ ਪਿਆ ਵੈ? 180 ਆ ਰਿਹਾ ਵੈ। ਕਿੰਨਾ ਆ ਰਿਹਾ ਵੈ ਬੇਟਾ? ਇਹ ਦੇਖੋ एंगल 4 और एंगल 5 ਇਹਨਾਂ ਦਾ ਜੋੜ और एंगल 3 और एंगल 6 ਇਹਨਾਂ ਦਾ ਜੋੜ ਕਿੰਨਾ ਆਂਦਾ ਪਿਆ ਵੈ? 180 ਡਿਗਰੀ ਆ ਰਿਹਾ ਵੈ। ਸੋ ਸਾਡੇ ਦੋ ਸਮਾਂਤਰ ਰੇਖਾਵਾਂ ਨੂੰ ਜਦੋਂ ਇੱਕ ਰੇਖਾ ਕੱਟਦੀ ਹੈ ਤੇ ਸਮਾਂਤਰ ਰੇਖਾਵਾਂ ਦੇ ਅੰਦਰਲੇ ਇੱਕ ਪਾਸੇ ਦੇ ਕੋਣਾਂ ਦਾ ਜੋੜ ਕਿੰਨਾ ਆਂਦਾ ਵੈ? 180 ਆ ਰਿਹਾ ਵੈ। ਹੁਣ ਇਹ ਦੋਨੋਂ ਤਾਂ ਰੇਖੀ ਜੋੜਾ ਬਣਾ ਰਹੇ ਹੈ, ਇਹ ਦੋਨੇ ਵੀ ਰੇਖੀ ਜੋੜਾ ਬਣਾ ਰਹੇ ਹੈ। ਇਹ ਦੋਨੋਂ ਇੱਕ ਪਾਸੇ ਦੇ ਅੰਦਰਲੇ ਕੋਣ ਨੇ, ਇਹ ਦੋਨੋਂ ਇੱਕ ਪਾਸੇ ਦੇ ਅੰਦਰਲੇ ਕੋਣ ਨੇ। ਤੇ एंगल ਇਹ ਦੇਖੋ एंगल 4 और एंगल 6 ਇਹ ਦੋਨੋਂ ਬੇਟਾ ਜੀ ਆਪਸ ਵਿੱਚ ਕੀ ਨੇ? ਬਰਾਬਰ ਨੇ। ਸੋ ਇਹ ਕੀ ਹੈਗੇ ਹੈ? ਅੰਦਰਲੇ ਇਕਾਂਤਰ ਕੋਣ। ਇਹ ਦੇਖੋ 110 110 ਇਹ ਆਪਸ ਵਿੱਚ ਕੀ ਹੈ? ਬਰਾਬਰ ਹੈ। ਔਰ ਇੱਧਰ ਇਹ ਵਾਲੇ ਦੇਖੋ ਹੁਣ ਇਹ ਵੀ ਕੀ ਹੈ? ਆਪਸ ਵਿੱਚ ਬਰਾਬਰ 70 और 70। ਸੋ ਸਾਡੇ ਕੋਲ एंगल 3 और एंगल 5 ਇਹ ਆਪਸ ਵਿੱਚ ਕੀ ਹੈ? ਬਰਾਬਰ। ਸੋ ਪੁੱਤਰ ਇਹ ਦੇਖੋ ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਰੇਖਾ ਕੱਟੇ ਤਾਂ ਉਹਨਾਂ ਦੇ ਅੰਦਰਲੇ ਇਕਾਂਤਰ ਕੋਣ ਬਰਾਬਰ ਹੁੰਦੇ ਹਨ। ਇਹ 110 और 110 ਇਹ ਦੇਖੋ ਇਹ ਆਪਸ ਵਿੱਚ ਬਰਾਬਰ ਹੈ। ਜ਼ਰੂਰੀ ਨਹੀਂ ਕਿ 110 110 ਜਿਸ ਵੀ ਹਿਸਾਬ ਦੇ ਨਾਲ ਐਂਗਲ ਦੀ ਮੈਜ਼ਰਮੈਂਟ ਬਣੇਗੀ ਉਹ ਐਂਗਲ ਜਿਹੜੇ ਇਕਾਂਤਰ ਕੋਣ ਹਮੇਸ਼ਾ ਆਪਸ ਵਿੱਚ ਕੀ ਹੋਣਗੇ? ਬਰਾਬਰ ਹੋਣਗੇ। ਠੀਕ ਹੈ। ਹੁਣ ਅਸੀਂ ਆ ਜਾਂਦੇ ਆ ਸੰਗਤ ਕੋਣਾਂ ਵੱਲ। ਸੋ ਤੁਸੀਂ ਇਹ ਦੇਖੋ ਇਹ ਕਾਟਵੀਂ ਰੇਖਾ ਜਿਹੜੀ ਹੈ ਇਹ ਇਹਨਾਂ ਕੋਣਾਂ ਨੂੰ ਸੱਜਾ ਪਾਸਾ ਔਰ ਖੱਬਾ ਪਾਸਾ ਦੋ ਹਿੱਸਿਆਂ ਦੇ ਵਿੱਚ ਵੰਡਦੀ ਪਈ ਹੈ। ਸਾਡੇ ਕੋਲ ਇਹ ਦੇਖੋ ਰੇਖਾ ਦੇ ਉੱਪਰਲਾ ਕੋਣ, ਰੇਖਾ ਦੇ ਉੱਪਰਲਾ ਕੋਣ, ਖੱਬੇ ਪਾਸੇ ਦੇ ਉੱਪਰਲੇ ਕੋਣ ਆਪਸ ਵਿੱਚ ਬਰਾਬਰ। ਸੱਜੇ ਪਾਸੇ ਦੇ ਉੱਪਰਲੇ ਕੋਣ ਆਪਸ ਵਿੱਚ ਬਰਾਬਰ। एंगल 5 और एंगल 1 आपस ਵਿੱਚ ਬਰਾਬਰ ਹੈ। एंगल 2 और एंगल 6 आपस ਵਿੱਚ ਬਰਾਬਰ ਨੇ। और फिर ਜੇ ਮੈਂ ਇਹਨੂੰ ਇੱਥੇ ਫਿਟ ਕਰਾਂ ਦੇਖੋ ਇੱਥੇ ਫਿਟ ਹੋ ਗਿਆ। ਨੀਚੇ ਵਾਲੇ ਕੋਣ ਵੀ ਇੱਕ ਪਾਸੇ ਦੇ ਇਹ ਦੇਖੋ ਸੱਜੇ ਪਾਸੇ ਦੇ ਨੀਚੇ ਵਾਲੇ ਕੋਣ ਵੀ ਹੋ ਗਏ ਬਰਾਬਰ और ਉਸੇ ਤਰ੍ਹਾਂ ਹੀ ਖੱਬੇ ਪਾਸੇ ਦੇ ਵੀ ਨੀਚੇ ਵਾਲੇ ਕੋਣ ਆਪਸ ਵਿੱਚ ਬਰਾਬਰ ਹੋ ਗਏ। ਸੋ ਇਹ ਕੋਣ ਬਣਦੇ ਹੈ ਸੰਗਤ ਕੋਣ ਬਣਦੇ ਹੈ ਬੇਟਾ। ਕਿਹੜੇ ਕੋਣ ਬਣਦੇ ਹੈ? ਸੰਗਤ ਕੋਣ। और एंगल 5 ਇਹ ਜੋੜਾ ਆਪਸ ਵਿੱਚ ਬਰਾਬਰ ਹੈ। ਦੇਖੋ एंगल 3 और एंगल 6 एंगल 7 ਇਹ ਜੋੜਾ ਆਪਸ ਵਿੱਚ ਬਰਾਬਰ ਹੈ। ਸੋ ਅਸੀਂ ਇਹ ਦੇਖਿਆ ਕਿ ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਰੇਖਾ ਕੱਟਦੀ ਪਈ ਹੈ ਤਾਂ ਉਹਨਾਂ ਦੇ ਦੁਆਰਾ ਬਣਾਏ ਗਏ ਅੰਦਰਲੇ ਇਕਾਂਤਰ ਕੋਣ ਵੀ ਆਪਸ ਵਿੱਚ ਬਰਾਬਰ ਹੁੰਦੇ ਹੈ। ਸੰਗਤ ਕੋਣ ਆਪਸ ਵਿੱਚ ਬਰਾਬਰ ਹੁੰਦੇ ਹੈ। ਰੇਖੀ ਜੋੜਾ ਔਰ ਸ਼ਿਖਰ ਸਨਮੁਖ ਕੋਣਾਂ ਦੇ ਬਾਰੇ ਤੇ ਸਾਨੂੰ ਪਹਿਲਾਂ ਹੀ ਪਤਾ ਕਿ ਰੇਖੀ ਜੋੜਾ ਦੇ ਜਿਹੜੇ ਦੋ ਕੋਣ ਹੈ ਉਹਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਔਰ ਸ਼ਿਖਰ ਸਨਮੁਖ ਕੋਣ ਆਪਸ ਵਿੱਚ ਬਰਾਬਰ ਹੁੰਦੇ ਹੈ। ਔਰ ਜੇ ਅੰਦਰਲੇ ਇੱਕ ਪਾਸੇ ਦੇ ਕੋਣਾਂ ਦੀ ਗੱਲ ਕਰੀਏ ਤਾਂ ਇਹ ਦੇਖੋ ਬੇਟਾ ਅੰਦਰਲੇ ਜਿਹੜੇ ਇੱਕ ਪਾਸੇ ਦੇ ਕੋਣ ਹੈ ਇਹ ਤੁਹਾਡੇ ਸਾਹਮਣੇ ਹੈ 110 और 70 ਇਹਨਾਂ ਦਾ ਜੋੜ ਕੀ ਬਣੇਗਾ 180 ਬਣੇਗਾ। ਤੇ ਜੇ ਦੂਜੇ ਪਾਸੇ ਦੇ ਵੀ ਦੇਖ ਲਈਏ ਤਾਂ 110 और 70 ਇਹਨਾਂ ਦਾ ਜੋੜ ਵੀ ਕੀ ਬਣਦਾ ਪਿਆ ਵੈ 180 ਬਣ ਰਿਹਾ ਵੈ। ਯਾਨੀ ਕਿ ਕਿਸੇ ਵੀ ਸਮਾਂਤਰ ਰੇਖਾਵਾਂ ਦੇ ਅੰਦਰਲੇ ਪਾਸੇ ਇੱਕ ਪਾਸੇ ਦੇ ਕੋਣ ਉਹ ਸਪਲੀਮੈਂਟਰੀ ਹੁੰਦੇ ਆ, ਸੰਪੂਰਕ ਹੁੰਦੇ ਆ, ਉਹਨਾਂ ਦਾ ਜੋੜ ਜਿਹੜਾ ਵੈ ਉਹ 180 ਡਿਗਰੀ ਹੁੰਦਾ ਵੈ। ਬੇਟਾ ਇਹ ਦੇਖੋ
ਇੱਕ AB ਔਰ CD ਇਹ ਦੋਨੋਂ ਸਮਾਂਤਰ ਰੇਖਾਵਾਂ ਨੇ ਔਰ ਇਹ ਰੇਖਾ ਇਹਨੂੰ ਕੱਟਦੀ ਪਈ ਹੈ। ਸੋ ਸਾਨੂੰ x ਔਰ y ਦਾ ਮੁੱਲ ਪਤਾ ਕਰਨਾ ਹੈ। ਇਹ ਸਾਡੇ ਕੋਲ 50 ਡਿਗਰੀ ਹੈ ਔਰ ਇਹ ਸਾਡੇ ਕੋਲ 130 ਡਿਗਰੀ ਹੈ। ਸੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ, ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਕੋਈ ਵੀ ਕੀਮਤ ਜਿਹੜੀ ਹੈ, ਤੁਹਾਨੂੰ ਸੰਗਤ ਕੋਣ ਯਾਦ ਨੇ, ਤੁਹਾਨੂੰ ਰੇਖੀ ਜੋੜਾ ਯਾਦ ਹੈ, ਤੁਹਾਨੂੰ शिखर सन्मुख कोण याद है, ਤੁਸੀਂ ਕੁਝ ਵੀ ਅਪਲਾਈ ਕਰਕੇ ਪੁੱਛੇ ਗਏ ਕੋਣਾਂ ਦਾ ਮੁੱਲ ਜਿਹੜਾ ਹੈ ਉਹ ਪਤਾ ਕਰ ਸਕਦੇ ਹੋ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਸਾਨੂੰ y ਕਿਹਦੇ ਬਰਾਬਰ ਦਿੱਤਾ ਹੋਇਆ ਹੈ। y ਸਾਨੂੰ ਦਿੱਤਾ ਹੋਇਆ ਹੈ y ਤੇ 130, ਇਹ शिखर सन्मुख कोण ने बेटा। y बराबर 130, ਇਹ ਕਿਹੜੇ ਕੋਣ ਨੇ? शिखर सन्मुख। शिखर सन्मुख कोण। ਹੁਣ ਤੁਸੀਂ x ਦਾ ਮੁੱਲ ਪਤਾ ਕਰਨਾ ਹੈ। ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ 50 ਜਮਾ x ਬਰਾਬਰ 180 ਰੇਖੀ ਜੋੜਾ ਨਾਲ ਕਰ ਲਓ। ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਇਹ ਦੇਖੋ, ਇਹ ਦੋਵੇਂ ਸਮਾਂਤਰ ਰੇਖਾਵਾਂ ਨੇ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ, ਇਹ ਕਾਟਵੀਂ ਰੇਖਾ ਹੈ। ਇਹ ਅੰਦਰਲੇ ਕੋਣ ਨੇ ਪਰ ਇਹ ਆਪਸ ਵਿੱਚ ਰੇਖੀ ਜੋੜਾ ਨਹੀਂ ਬਣਾ ਰਹੇ, ਨਾ ਹੀ ਇਹ ਇੱਕ ਪਾਸੇ ਦੇ ਅੰਦਰਲੇ ਕੋਣ ਨੇ। ਸੋ ਇਹ ਕਾਟਵੀਂ ਰੇਖਾ ਦੇ ਖੱਬੇ ਪਾਸੇ ਹੈ, y ਕਾਟਵੀਂ ਰੇਖਾ ਦੇ ਸੱਜੇ ਪਾਸੇ ਹੈ। ਸੋ ਇੱਥੇ x ਬਰਾਬਰ y ਇਹ ਸਾਡੇ ਕੋਲ ਬਣਦੇ ਹੈ ਅੰਦਰਲੇ ਇਕਾਂਤਰ ਕੋਣ। ਅੰਦਰਲੇ ਇਕਾਂਤਰ ਕੋਣ ਬਣਦੇ ਹੈ। ਇਹਦਾ ਮਤਲਬ ਜੇ y ਅਸੀਂ ਸਿੱਧ ਕੀਤਾ ਸੀਗਾ, y ਕਿੰਨਾ ਸੀਗਾ? 130 ਡਿਗਰੀ ਸੀਗਾ। ਇਹਦਾ ਮਤਲਬ ਕੀ ਆ ਜਾਏਗਾ? x ਵੀ ਕਿੰਨਾ ਹੋ ਜਾਏਗਾ? 130 ਡਿਗਰੀ ਹੋ ਜਾਏਗਾ ਸਾਡੇ ਕੋਲ। ਔਰ ਜੇ ਤੁਸੀਂ ਇੱਥੇ ਦੇਖੋ, ਰੇਖੀ ਜੋੜੇ ਦੇ ਨਾਲ ਵੀ ਤੁਸੀਂ ਜੇ ਬਣਾ ਕੇ ਇੱਥੇ ਦੇਖਦੇ ਹੋ ਤੇ ਇਹ 50 ਜਮਾ x ਬਰਾਬਰ 180 ਡਿਗਰੀ ਹੋ ਜਾਂਦਾ ਹੈ ਔਰ x ਬਰਾਬਰ 180 ਮਾਈਨਸ 50 130। ਸੋ 9th ਕਲਾਸ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ, ਤੁਹਾਨੂੰ ਕੀ ਯਾਦ ਹੈ। ਤੁਸੀਂ ਰੇਖੀ ਜੋੜਾ ਨਾਲ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਕੀਮਤ ਆ ਜਾਂਦੀ ਹੈ। ਤੁਸੀਂ ਇਹਨਾਂ ਦੋਵਾਂ ਦਾ शिखर सन्मुख ਕੋਣ ਨਾਲ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਮੁੱਲ ਆ ਜਾਏਗਾ। ਉਸ ਤੋਂ ਬਾਅਦ x ਔਰ y ਨੂੰ ਇਕਾਂਤਰ ਕੋਣ ਦੇ ਨਾਲ, ਅੰਦਰਲੇ ਇਕਾਂਤਰ ਕੋਣ ਦੇ ਨਾਲ ਤੁਸੀਂ ਇਹਨਾਂ ਦਾ ਮੁੱਲ ਪਤਾ ਕਰਨਾ ਚਾਹੁੰਦੇ ਹੋ। ਸੋ ਰੱਟੇ ਦਾ ਤੇ ਇੱਥੇ ਮਤਲਬ ਹੈ ਨਹੀਂ। ਜੇ ਤੁਹਾਡੀ ਅੰਡਰਸਟੈਂਡਿੰਗ ਡਿਵੈਲਪ ਹੋ ਜਾਂਦੀ ਹੈ ਤੇ ਤੁਸੀਂ ਹਰ ਇੱਕ ਦਾ ਮੁੱਲ ਪਤਾ ਕਰ ਸਕਦੇ ਹੋ। ਔਰ ਮੈਂ ਤੁਹਾਨੂੰ ਇੱਕ ਵਾਰੀ ਪਹਿਲੇ ਸਮਝਾ ਚੁੱਕਾ ਹਾਂ ਕਿ ਜਦੋਂ ਇਹ ਦੇਖੋ 1 2 3 4 5 6 7 8 ਇਹ 8 ਕੋਣ ਨੇ। 8 ਵਿੱਚੋਂ 4 ਦਾ ਮੁੱਲ 50 ਡਿਗਰੀ ਆਏਗਾ, 4 ਦਾ ਮੁੱਲ 130 ਡਿਗਰੀ ਆਏਗਾ। ਇਹ ਪੱਕਾ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਵਾਲ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। 9th ਕਲਾਸ ਬੇਟਾ ਇੱਧਰ ਦੇਖੋ, ਹੁਣ ਤੁਸੀਂ ਸਾਨੂੰ ਦੋ ਸਮਾਂਤਰ ਰੇਖਾਵਾਂ ਦਿੱਤੀਆਂ ਹੋਈਆਂ AB ਔਰ CD। ਇਹਨਾਂ ਦੋਨਾਂ ਸਮਾਂਤਰ ਰੇਖਾਵਾਂ ਦੇ ਵਿਚਕਾਰ ਸਾਨੂੰ ਇੱਕ ਤ੍ਰਿਭੁਜ ਦਿੱਤੀ ਹੋਈ ਹੈ PQR। ਇਹ ਦੇਖੋ ਐਂਗਲ APQ ਇਹ ਸਾਡੇ ਕੋਲ 50 ਡਿਗਰੀ ਹੈ, ਐਂਗਲ PRD ਸਾਡੇ ਕੋਲ 127 ਡਿਗਰੀ ਹੈ। ਸੋ ਸਾਨੂੰ y ਔਰ x ਦਾ ਮੁੱਲ ਪਤਾ ਕਰਨਾ ਹੈ ਕਿਉਂਕਿ AB ਔਰ CD ਦੋਨੋਂ ਸਮਾਂਤਰ ਰੇਖਾਵਾਂ ਨੇ ਸਾਨੂੰ ਦਿੱਤੀਆਂ ਹੋਈਆਂ। ਤੁਸੀਂ ਇਹ ਦੇਖੋ PQ ਜਿਹੜੀ ਹੈ ਉਹ AB ਨੂੰ ਬਿੰਦੂ P ਔਰ Q ਤੇ AB ਔਰ CD ਨੂੰ ਇਹ ਕੱਟ ਰਹੀ ਹੈ ਬਿੰਦੂ P ਔਰ Q ਤੇ। ਹੁਣ 50 ਡਿਗਰੀ ਔਰ x ਡਿਗਰੀ, 50 ਕਾਟਵੀਂ ਰੇਖਾ ਦੇ ਖੱਬੇ ਪਾਸੇ, x ਕਾਟਵੀਂ ਰੇਖਾ ਦੇ ਸੱਜੇ ਪਾਸੇ। ਨਾ ਤਾਂ ਇਹ ਦੋਨਾਂ ਦੇ ਇੱਕ ਪਾਸੇ ਦੇ ਅੰਦਰਲੇ ਕੋਣ ਨੇ, ਨਾ ਹੀ ਆਪਸ ਵਿੱਚ ਰੇਖੀ ਜੋੜਾ ਬਣਾ ਰਹੇ ਹੈ। ਤੇ ਇਹ ਕਿਹੜੇ ਕੋਣ ਹੋ ਗਏ ਸਾਡੇ ਕੋਲ? ਅੰਦਰਲੇ ਇਕਾਂਤਰ ਕੋਣ। ਕਿਉਂਕਿ AB ਔਰ CD ਸਮਾਂਤਰ ਰੇਖਾਵਾਂ ਨੇ, ਇਸ ਦਾ ਮਤਲਬ ਕੀ ਹੈ? x ਸਾਡੇ ਕੋਲ ਕਿਹਦੇ ਬਰਾਬਰ ਆ ਜਾਏਗਾ? 50 ਡਿਗਰੀ ਦੇ ਆ ਜਾਏਗਾ ਕਿਉਂਕਿ ਇਹ ਕੀ ਹੈਗੇ ਹੈ? ਅੰਦਰਲੇ ਇਕਾਂਤਰ ਕੋਣ। ਸੋ x ਸਾਡੇ ਕੋਲ ਸਿੱਧਾ, ਕਿਉਂਕਿ ਐਂਗਲ APQ ਔਰ ਐਂਗਲ PQR ਇਹ ਅੰਦਰਲੇ ਇਕਾਂਤਰ ਕੋਣ ਨੇ। ਸਾਡੇ ਕੋਲ x ਕਿਹਦੇ ਬਰਾਬਰ ਆ ਗਿਆ? 50 ਡਿਗਰੀ ਦੇ ਬਰਾਬਰ ਆ ਗਿਆ ਪੁੱਤਰ ਜੀ। ਹੁਣ ਤੁਸੀਂ ਦੇਖੋ, ਹੁਣ ਇਹ ਵਾਲੀ ਭੁਜਾ ਵੱਲ ਆ ਜਾਓ। ਇਹ PR ਜਿਹੜੀ ਹੈ ਉਹ AB ਔਰ CD ਨੂੰ ਬਿੰਦੂ P ਔਰ R ਤੇ ਕੱਟ ਰਹੀ ਨੇ। ਠੀਕ ਹੈ। ਹੁਣ ਇਹ ਵਾਲਾ ਸਾਰਾ ਐਂਗਲ ਬੇਟਾ ਇਹ ਦੇਖੋ ਧਿਆਨ ਨਾਲ, y ਵੀ ਨਹੀਂ ਕੱਲਾ, 50 ਵੀ ਨਹੀਂ, ਇਹ ਸਾਰਾ ਐਂਗਲ
इस एंगल का नाम की बनेगा APR, एंगल APR, एंगल APR बराबर है एंगल ए दोनों कोण की है अंदरले इकांतर कोण ने ए बराबर है PRD दे एंगल PRD दे ए हो गए अंदरले इकांतर कोण। कई बारी सानू भुलेखा पै जांदा बेटा, असीं सोचते हैं कि कल्ला ए वाला एंगल ए जिहड़ा Y है वो 127 दे नाल इकांतर कोण बन रहा है। इस तरह नहीं है, तुसी ए देखना है कि ए देखो बेटा ए दो समांतर रेखावां है और ए इथों P जिहड़ी है और ए R है। सो तुहाडे कोल जदों ए है APR ए पूरे दा पूरा एंगल और ए वाला एंगल जिहड़ा है ए इकांतर कोण बनदे ते जे इथों एदे करके इत्थे एक पूजा कट के इनू एंगल नू दो हिस्सियां च वंडदी भी पई है तद भी ए पूरे दा पूरा एंगल जो कि इत्थे है वो की बनदा पिया है साडे कोल 50 प्लस वाई, 50 प्लस वाई बनेगा सारे का सारा। सो इत्थे की आ जाएगा एंगल APR बराबर एंगल PRD, एंगल APR की बनेगा एंगल APQ प्लस एंगल QPR। ए सारे का सारा बेटा 50 प्लस वाई, 50 प्लस वाई और PRD साडे कोल कितना दिता होया है 127 डिग्री दिता होया है ते y का मूल कितना आ जाएगा 127 दे विचों तुसी 50 डिग्री माइनस कर दो कितना आ जाएगा 7, 12 चो 5 गए किन्ने आ गए 7, तो तुहाडे कोल कितना मूल आ गया है 77 डिग्री आ गया। बेटा इस तरीके नाल देखो तुहाडे कोल असीं किदा किदा मूल पता करना सी, x और y का मूल पता करना सी। x साडे कोल कितना आ गया 50 आ गया और y कितना आ गया 77 डिग्री आ गया साडे कोल। ठीक है, उम्मीद है कि तुहानू ये सवाल अच्छी तरह समझ लग गई होगी। एक्टिविटी राही असीं सिੱਖੀਏ कि त्रिभुज ਦੇ ਤਿੰਨਾਂ ਕੋਣਾਂ ਦਾ ਜੋੜ 180 डिग्री ਹੁੰਦਾ ਵੈ। ਉਹਦੇ ਵਾਸਤੇ ਮੈਂ ਤੁਹਾਡੇ ਸਾਹਮਣੇ ਇੱਕ त्रिभुज ABC बनाई है। ਇਹਦਾ एंगल 1, एंगल 2, एंगल 3 और बिंदु A तो गुजरती हुई एक रेखा खिंची है P BC ਦੇ समांतर है बेटा। सो सानू पता है कि जदों दो समांतर रेखावां ਨੂੰ कोई काटवीं रेखा ਕੱਟਦੀ है ਤਾਂ ਉਹਨਾਂ ਦੇ ਦੁਆਰਾ ਬਣਾਏ ਗਏ ਅੰਦਰਲੇ ਇਕਾਂਤਰ ਕੋਣ ਜਿਹੜੇ ਹੈ ਉਹ ਆਪਸ ਵਿੱਚ ਬਰਾਬਰ ਹੁੰਦੇ ਹਨ। ਸੋ ਬੇਟਾ ਇਹ ਦੇਖੋ ਇਹ ਸਾਡੇ ਕੋਲ ਐਂਗਲ 1 ਆ ਗਿਆ, ਇਹ ਸਾਡੇ ਕੋਲ ਐਂਗਲ 2 ਆ ਗਿਆ ਔਰ ਇਹ ਸਾਡੇ ਕੋਲ ਐਂਗਲ 3 ਆ ਗਿਆ। ਕਿਉਂਕਿ ਇਹ ਦੋਨੋਂ ਰੇਖਾਵਾਂ ਜਿਹੜੀਆਂ ਉਹ ਸਮਾਂਤਰ ਨੇ ਤੇ ਮੈਂ ਇਹਨੂੰ एंगल 2 और एंगल 4 आपस ਵਿੱਚ ਬਰਾਬਰ ਹੋਣਗੇ ਇੱਥੇ ਲਗਾਤਾ और एंगल 3 और एंगल 5 आपस ਵਿੱਚ बराबर होंगे क्योंकि यह इकांतर कोण ने अंदरले इकांतर कोण ने। तुसी यह देखो यह एक सीधी रेखा बन गई है और यह तीनों कोण उत्थे पूरे पूरे फिट हो गए है और तुहानू पता है कि एक सीधी रेखा ते किन्ने डिग्री का कोण बनता है 180 डिग्री का कोण बनता है। बिल्कुल ठीक गल है बेटा। सो एदा मतलब की है इन्ना तिन्ना कोणा का जोड़ किन्ना है 180 डिग्री है और यह केड़े तीनों कोण सीगे ਇਹ ਸੀਗਾ एंगल C यानी कि एंगल 3, ਇਹ ਸੀਗਾ एंगल 2 यानी एंगल B और ਇਹ ਸਾਡੇ ਕੋਲ एंगल A ਸੀਗਾ यानी कि एंगल A प्लस एंगल B प्लस एंगल C, एंगल 1 जमा एंगल 2 जमा एंगल 3 इन्ना तिन्ना ਦਾ ਜੋੜ ਕਿੰਨਾ ਹੋ ਗਿਆ 180 डिग्री हो गया। सो उम्मीद है कि ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਕਿ त्रिभुज ਦੇ ਤਿੰਨਾਂ ਕੋਣਾਂ ਦਾ ਜੋੜ 180 डिग्री ਹੁੰਦਾ है। ਹੁਣ ਇਸ ਚਿੱਤਰ ਦੇ ਵਿੱਚ ਦੇਖੋ ਬੇਟਾ PQ ਔਰ RS ਦੋ ਭੁਜਾਵਾਂ ਇੱਕ ਦੂਸਰੇ ਨੂੰ ਇਸ ਤਰ੍ਹਾਂ ਕੱਟ ਰਹੀਆਂ ਨੇ ਕਿ ਜਦੋਂ ਅਸੀਂ ਇਹਨਾਂ ਨੂੰ ਇਧਰੋਂ ਮਿਲਾ ਦਿੰਨੇ ਆ ਤੇ ਸਾਡੇ ਕੋਲ ਦੋ ਤ੍ਰਿਭੁਜ ਸਾਡੇ ਕੋਲ ਬਣਦੇ ਪਏ ਐ। ਸਾਡੇ ਕੋਲ ਐਂਗਲ PRT ਸਾਨੂੰ 40 ਦਿੱਤਾ ਹੋਇਆ ਹੈ और एंगल RPT ਸਾਡੇ ਕੋਲ 95 है। ਸਾਡੇ ਕੋਲ तीसरा एंगल TSQ ਜਿਹੜਾ ਹੈ ਉਹ ਸਾਨੂੰ 75 डिग्री ਦਿੱਤਾ ਹੋਇਆ ਹੈ और एंगल SQT ਸਾਨੂੰ ਇਹ ਵਾਲਾ ਕੋਣ ਜਿਹੜਾ ਹੈ ਉਹ ਪਤਾ करना है। सो बहुत ही सिंपल और सौखा सवाल है। असी की करेंगे असी पहले ए वाली PRT त्रिभुज ले लेंगे, दो कोण दिते हुए है, तीसरा कोण पता कर लवांगे। सो सब तो पहले असी इनू हल करते हैं। त्रिभुज PRT विच इस त्रिभुज विच एंगल
PRT प्लस एंगल RPT प्लस तीसरा एंगल बेटा PTR ਇਹਨਾਂ ਤਿੰਨਾਂ ਦਾ ਜੋੜ ਕਿੰਨਾ ਹੋਏਗਾ 180 ਡਿਗਰੀ। ਸੋ PRT ਸਾਨੂੰ ਦਿੱਤਾ ਹੋਇਆ ਹੈ 40 ਡਿਗਰੀ, ਇਹ ਸਾਨੂੰ ਕਿੰਨਾ ਦਿੱਤਾ ਹੋਇਆ ਹੈ RPT 95 ਡਿਗਰੀ, ਔਰ ਐਂਗਲ PTR ਦਾ ਮੁੱਲ ਅਸੀਂ ਪਤਾ ਕਰ ਲਵਾਂਗੇ 5 9 ਤੇ 4 13 135 ਜਮਾ ਐਂਗਲ PTR ਬਰਾबर 180 ਡਿਗਰੀ। ਹੁਣ ਇੱਥੇ ਦੇਖੋ ਐਂਗਲ PTR ਦਾ ਮੁੱਲ ਪਤਾ ਕਰਨ ਵਾਸਤੇ ਅਸੀਂ 180 ਚੋਂ 135 ਡਿਗਰੀ ਅਸੀਂ ਘਟਾ ਦਵਾਂਗੇ ਤੇ ਸਾਡੇ ਕੋਲ ਕਿੰਨਾ ਮੁੱਲ ਆ ਜਾਏਗਾ। ਦੇਖੋ 10 ਚੋਂ 5 ਗਏ ਕਿੰਨੇ ਆ ਗਏ 5 ਆ ਗਏ, ਸਾਡੇ ਕੋਲ ਇੱਥੇ 7 ਬਚੇ, 7 ਚੋਂ 3 ਗਏ ਕਿੰਨੇ ਆ ਗਏ 4, 45 ਡਿਗਰੀ ਆ ਗਿਆ ਬੇਟਾ। ਹੁਣ ਇਹ ਜਿਹੜਾ ਸਾਡੇ ਕੋਲ ਐਂਗਲ ਹੈ ਇਹ 45 ਡਿਗਰੀ ਆਇਆ, ਇਹ ਦੋਨੋਂ ਭੁਜਾਵਾਂ ਕੱਟਦੀਆਂ ਪਈਆਂ ਨੇ ਤੇ ਇਹ ਕੋਣ ਕਿੰਨੇ ਡਿਗਰੀ ਦਾ ਬਣ ਜਾਏਗਾ 45 ਡਿਗਰੀ ਦਾ ਬਣ ਜਾਏਗਾ। ਬਿਲਕੁਲ ਠੀਕ ਹੈ ਬੇਟਾ, ਕਿਉਂ? क्योंकि ਇਹ ਦੋਨੋਂ ਕੋਣ ਕੀ ਹੈਗੇ ਹੈ शिखर सन्मुख। वेरी गुड, ਹੁਣ ਸਮਝ ਆਣੀ ਸ਼ੁਰੂ ਹੋ ਗਈ ਹੈ ਸਾਰਿਆਂ ਨੂੰ। ਹੁਣ ਫਟਾਫਟ ਆਪਾਂ ਜਵਾਬ ਦੇ ਰਹੇ ਹਾਂ। वेरी गुड। सो एंगल PTR बराबर STQ, एंगल STQ ਇਹ ਕਿਹਦੇ ਬਰਾबर ਆ ਗਿਆ 45 ਡਿਗਰੀ ਦੇ। ਕਾਰਨ ਕੀ ਹੈ ਜੀ, ਇਹ ਦੋਨੋਂ ਕੀ ਨੇ वर्टिकली ऑपोजिट शिखर सन्मुख कोण। शिखर सन्मुख कोण ने ਇਹ ਦੋਨੋਂ ਆਪਸ ਵਿੱਚ ਕੀ ਨੇ ਬਰਾबर। ਹੁਣ ਇਸ ਤ੍ਰਿਭੁਜ ਦੇ ਵਿੱਚ STQ ਦੇ ਵਿੱਚ ਦੋ ਕੋਣ ਸਾਡੇ ਕੋਲ ਦਿੱਤੇ ਹੋਏ ਆ, ਇੱਕ 75 ਡਿਗਰੀ ਦਾ ਤੇ ਇੱਕ 45 ਡਿਗਰੀ ਦਾ। ਅਸੀਂ ਤੀਸਰਾ ਕੋਣ ਪਤਾ ਕਰਨਾ ਹੈ। ਸੋ ਤ੍ਰਿਭੁਜ STQ ਵਿੱਚ QTS एंगल QTS प्लस एंगल TSQ प्लस एंगल SQT, ਇਹਨਾਂ ਤਿੰਨਾਂ ਦਾ ਜੋੜ ਕਿੰਨਾ ਹੋਏਗਾ 180। ਸੋ QTS ਸਾਡੇ ਕੋਲ ਕਿੰਨਾ ਆਇਆ ਹੈ, QTS ਹੈ ਦੇਖੋ ਅਸੀਂ ਪਤਾ ਕੀਤਾ ਕਿੰਨਾ ਆਇਆ ਸੀਗਾ 45 ਡਿਗਰੀ। दूजा एंगल साडे कोल किन्ना है 75 डिग्री, और मूल किदा सी पता करना सीगा एंगल SQT दा, और इन्हां तिन्हां दा जोड़ किदे बराबर है 180 डिग्री दे बराबर है। इन्हां दोनों नूं जोड़ो 5 ते 5 किन्ने हो गए 10, 7 ते 4 किन्ने हो गए 12, 7 ते 4 11 ते 1 12, 120 आ जाएगा साडे कोल। प्लस एंगल SQT ये किदे बराबर आ गया 180 डिग्री दे। सो SQT ਦਾ ਮੁੱਲ ਪਤਾ ਕਰਨਾ ਬੇਟਾ ਤੇ ਐਂਗਲ SQT ਕਿਦੇ ਬਰਾबर ਆ ਜਾਏਗਾ 180 ਦੇ ਵਿੱਚੋਂ 120 ਮਾਈਨਸ ਕਰ ਦੋ ਤੇ ਸਾਡੇ ਕੋਲ ਕਿੰਨਾ ਆ ਜਾਏਗਾ 60 ਆ ਜਾਏਗਾ। ਇਹਦਾ ਮੁੱਲ ਸਾਡੇ ਕੋਲ ਕਿੰਨਾ ਆ ਜਾਏਗਾ 60 ਡਿਗਰੀ। ਸੋ ਅਸੀਂ ਫਟਾਫਟ ਦੇਖ ਲੈਂਦੇ ਆ ਕਿੰਨੇ ਬੰਦੇ ਪਏ ਸੀਗੇ 75 ਤੇ 45 120 ਤੇ 60 180। ਇਹਦਾ ਮਤਲਬ ਸਾਡਾ ਜਵਾਬ ਜਿਹੜਾ ਹੈ ਉਹ ਬਿਲਕੁਲ ਠੀਕ ਹੈ। ਸੋ ਤ੍ਰਿਭੁਜ ਦੀ ਐਂਗਲ ਸਮ ਪ੍ਰੋਪਰਟੀ ਤਿੰਨਾਂ ਕੋਣਾਂ ਜੋੜ 180 ਡਿਗਰੀ ਹੁੰਦਾ ਹੈ, ਉਹਦੀ ਮਦਦ ਦੇ ਨਾਲ ਅਸੀਂ ਇੱਥੇ ਤੀਸਰਾ ਕੋਣ ਪਤਾ ਕੀਤਾ। ਇਹ ਦੋਨੋਂ शिखर सन्मुख ਕੋਣ ਸੀਗੇ, ਇਹ ਵਾਲਾ ਬਰਾबर ਆ ਗਿਆ। ਹੁਣ ਇਸ ਤ੍ਰਿਭੁਜ ਵਿੱਚ ਸਾਡੇ ਕੋਲ ਦੋ ਕੋਣ ਆ ਚੁੱਕੇ ਸੀ, ਤੀਸਰਾ ਪਤਾ ਕਰਨਾ ਸੀ ਤੇ ਐਂਗਲ ਸਮ ਪ੍ਰੋਪਰਟੀ ਨਾਲ ਅਸੀਂ ਤੀਸਰਾ ਕੋਣ ਵੀ ਪਤਾ ਕਰ ਲਿਆ। 9th क्लास, उम्मीद है कि ਤੁਹਾਨੂੰ ਸਾਰੇ ਸਵਾਲ ਅੱਛੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਸੋ ਇੱਕ ਛੋਟਾ ਜਿਹਾ ਟੈਸਟ ਹੈ ਤੁਹਾਡੇ ਵਾਸਤੇ, ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ। ਇਹਦੇ ਨਾਲ ਪਤਾ ਲੱਗ ਜਾਏਗਾ ਕਿ ਕਿੰਨਾ ਕਿ ਤੁਹਾਨੂੰ ਸਮਝ ਲੱਗ ਗਈ ਹੈ। 45 ਡਿਗਰੀ ਦਾ ਪੂਰਕ ਕੋਣ ਕਿਹੜਾ ਹੁੰਦਾ ਹੈ, ਕਿਹੜਾ ਕੋਣ ਆਪਣੇ ਸੰਪੂਰਕ ਕੋਣ ਦੇ ਬਰਾਬਰ ਹੁੰਦਾ ਹੈ। ਜੇ ਇਹ ਕੋਈ ਰੇਖਾ ਹੈ ਤੇ ਇਹ ਭੁਜਾ ਨੂੰ ਛੂ ਰਹੀ ਹੈ ਤੇ B ਦਾ ਮੁੱਲ ਕਿੰਨਾ ਹੋਏਗਾ। ਇਹ ਦੋ ਰੇਖਾਵਾਂ ਸਮਾਂਤਰ ਰੇਖਾਵਾਂ ਨੇ ਤੇ ਇਹ ਕੋਈ ਰੇਖਾ ਕੱਟ ਰਹੀ ਹੈ, ਇੱਥੇ x ਦਾ ਮੁੱਲ ਕਿੰਨਾ ਹੋਏਗਾ। ਔਰ ਜੇ ਕਿਸੇ ਦੋ ਰੇਖਾਵਾਂ ਨੂੰ ਇੱਕ ਰੇਖਾ ਕੱਟਦੀ ਪਈ ਹੈ ਤਾਂ ਦੋ ਭੁਜਾਵਾਂ ਨੂੰ ਇੱਕ ਭੁਜਾ ਕੱਟਦੀ ਪਈ ਹੈ ਤਾਂ ਇਕਾਂਤਰ ਕੋਣ ਦਾ ਜੋੜਾ ਕਿਹੜਾ ਬਣੇਗਾ ਔਰ ਰੇਖੀ ਜੋੜਾ ਕਿਹੜੇ ਦੋ ਕੋਣ ਮਿਲਕੇ ਰੇਖੀ ਜੋੜਾ ਬਣਾਉਣਗੇ।